वेरी गुड मॉर्निंग टू द स्टूडेंट्स ऑफ 10th क्लास। बेटा जी ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਤੁਹਾਡੇ ਐਗਜ਼ਾਮਸ 'ਚ ਬਹੁਤ ਘੱਟ ਦਿਨ ਰਹਿ ਗਏ ਹੈ ਅਤੇ ਅਸੀਂ ਸੁਪਰ 100 ਪ੍ਰਸ਼ਨ ਜਿਹੜੇ ਤੁਹਾਨੂੰ ਸਟੇਟ ਵੱਲੋਂ ਜਿਹੜੇ ਰਿਲੀਜ਼ ਹੋਏ ਹੈ ਉਹ ਕਰਵਾਉਣ ਜਾ ਰਹੀ ਹਾਂ ਮੈਂ ਤੁਹਾਨੂੰ। ਤੁਹਾਡਾ 6 ਤਰੀਕ ਨੂੰ ਯਾਨੀ 6 ਜਨਵਰੀ ਨੂੰ ਸਟੇਟ ਵੱਲੋਂ 12ਵੇਂ ਲੈਸਨ ਬਿਜਲੀ ਦਾ ਟੈਸਟ ਹੈ, ਜਿਹੜਾ ਕਿ ਇਸ ਸੁਪਰ 100 ਕੁਐਸਚਨਾਂ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈ ਉਹ ਕਰਵਾਵਾਂਗੀ। ਅਤੇ ਲੈਟ ਅਸ ਡਿਸਕਸ ਦ ਮੇਨ ਕੁਐਸਚਨਸ ਆਫ ਦਿਸ 12th ਚੈਪਟਰ। ਔਰ ਬੇਸਿਕਲੀ ਜਿਹੜੇ ਮੈਂ ਕੁਐਸਚਨ ਤੁਹਾਡੇ ਨਾਲ ਅੱਜ ਡਿਸਕਸ ਕਰਨ ਜਾ ਰਹੀ ਹਾਂ ਉਹ ਮੈਂ ਡਿਸਕਸ ਕਰਨ ਜਾ ਰਹੀ ਹਾਂ 5 ਨੰਬਰ ਦੇ ਕੁਐਸਚਨ, ਜਿਹੜੇ ਕਿ ਬਹੁਤ ਹੀ ਇੰਪੋਰਟੈਂਟ ਹੈ ਇਸ ਚੈਪਟਰ ਦੇ। ਔਰ ਜੇ ਤੁਸੀਂ ਇਸ ਚੈਪਟਰ ਦਾ ਜੇ ਬਲੂ ਪ੍ਰਿੰਟ ਦੇਖੋ ਤਾਂ ਸਭ ਤੋਂ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਚੈਪਟਰ 'ਚ ਜਿਹੜੇ ਹੈ ਕਿਹੜੇ ਕੁਐਸਚਨ ਆਉਣ ਦੀ ਆਸਾਰ ਹੈ ਔਰ ਇਸ ਚੈਪਟਰ 'ਚੋਂ ਕਿੰਨੇ ਨੰਬਰ ਦਾ ਪੇਪਰ ਆਉਣਾ ਹੈ। ਉਹ ਬਲੂ ਪ੍ਰਿੰਟ ਵੀ ਰਿਲੀਜ਼ ਕਰ ਦਿੱਤਾ ਗਿਆ ਹੈ ਕਾफ़ੀ ਦੇਰ ਦਾ, ਔਰ ਉਸ ਹਿਸਾਬ ਨਾਲ ਤੁਸੀਂ ਅਗਰ ਤਿਆਰੀ ਕਰੋ ਤਾਂ ਤੁਸੀਂ ਬਹੁਤ ਜ਼ਿਆਦਾ ਗੇਨ ਕਰ ਸਕਦੇ ਹੋ। ਉਸ ਬਲੂ ਪ੍ਰਿੰਟ ਦੇ ਹਿਸਾਬ ਨਾਲ 12ਵੇਂ ਲੈਸਨ 'ਚੋਂ 2 ਕੁਐਸਚਨ ਆਣੇ ਹੈ 1 ਨੰਬਰ ਦੇ, 2 ਕੁਐਸਚਨਸ ਆਣੇ ਹੈ 1 ਮਾਰਕ ਦੇ, ਔਰ ਉਸ ਤੋਂ ਬਾਅਦ ਇੱਕ ਕੁਐਸਚਨ ਆਉਣਾ ਹੈ 5 ਨੰਬਰ ਦਾ, ਜਿਹੜਾ ਕਿ ਬਹੁਤ ਇੰਪੋਰਟੈਂਟ ਹੈ। ਇਹਦਾ ਮਤਲਬ ਟੋਟਲ ਜਿਹੜਾ ਸਾਡਾ 12th ਚੈਪਟਰ ਹੈ ਉਹ 'ਚੋਂ 7 ਮਾਰਕਸ ਦਾ ਪੇਪਰ ਆਉਣਾ ਹੈ। ਔਰ ਜੇ ਤੁਸੀਂ ਇਸ ਦੀ ਤਿਆਰੀ ਚੰਗੀ ਤਰ੍ਹਾਂ ਕਰ ਲੈਂਦੇ ਹੋ ਤਾਂ ਇਹਦਾ ਮਤਲਬ ਕਿ ਤੁਹਾਡਾ 7 ਮਾਰਕਸ ਦਾ ਪੇਪਰ ਜਿਹੜਾ ਹੈ ਉਹ ਤਿਆਰ ਹੋ ਗਿਆ ਹੈ। ਤਾਂ ਠੀਕ ਹੈ ਜੀ, ਮੈਂ ਡਿਸਕਸ ਕਰਨ ਜਾ ਰਹੀ ਹਾਂ। ਮੇਰਾ ਐਮਫਸਿਸ ਹੈ 5 ਨੰਬਰ ਦੇ ਕੁਐਸਚਨ ਦਾ। ਓਹਮ ਨਿਯਮ ਕੀ ਹੈ, ਪ੍ਰਯੋਗਸ਼ਾਲਾ ਵਿੱਚ ਇਸ ਦੀ ਪੁਸ਼ਟੀ ਕਿਵੇਂ ਕੀਤੀ ਜਾਂਦੀ ਹੈ, ਵਰਤੇ ਜਾਣ ਵਾਲੇ ਸਰਕਟ ਦਾ ਚਿੱਤਰ ਬਣਾ ਕੇ ਸਪਸ਼ਟ ਕਰੋ ਕਿ ਤੁਸੀਂ ਓਹਮ ਨਿਯਮ ਨੂੰ ਕਿੱਦਾਂ ਡਿਸਕਸ ਕਰੋਗੇ। ਬੇਟਾ ਜੀ ਜੇ 100 ਕੁਐਸਚਨਸ ਤੁਸੀਂ ਯਾਦ ਕਰ ਲਓ ਐਜ਼ ਸੱਚ ਤੇ ਬਹੁਤ ਹੀ ਤੁਹਾਡੇ ਲਈ ਜਿਹਨੂੰ ਕਹਿੰਦੇ ਈਜ਼ੀ ਹੋਏਗਾ ਪੇਪਰ ਨੂੰ ਅਟੈਂਪਟ ਕਰਨਾ। ਠੀਕ ਹੈ ਜੀ, ਪਹਿਲੇ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਓਹਮ ਨਿਯਮ ਦੀ। ਤੇ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸੇ ਚਾਲਕ ਦੇ ਸਿਰਿਆਂ ਵਿੱਚ ਜਿਹੜੀ ਪੋਟੈਂਸ਼ੀਅਲ ਅੰਤਰ ਹੈ, ਯਾਨੀ ਜਿਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ V ਦੇ ਨਾਲ। ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਪੋਟੈਂਸ਼ੀਅਲ ਅੰਤਰ ਨੂੰ? ਆਪਾਂ V ਦੇ ਨਾਲ। ਅਤੇ ਇਸ ਵਿੱਚੋਂ ਲੰਘ ਰਹੀ ਬਿਜਲੀ ਧਾਰਾ ਜਿਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ I, ਕਰੰਟ। ਠੀਕ ਹੈ ਜੀ, ਪੋਟੈਂਸ਼ੀਅਲ ਅੰਤਰ ਇੰਗਲਿਸ਼ 'ਚ ਆਪਾਂ ਕਵਾਂਗੇ ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ, ਅੰਤਰ ਨੂੰ ਆਪਾਂ ਕੀ ਕਵਾਂਗੇ? ਪੋਟੈਂਸ਼ੀਅਲ ਡਿਫਰੈਂਸ। ਔਰ ਉਹਦੇ ਨਾਲ ਆਪਾਂ ਬਿਜਲੀ ਧਾਰਾ I ਯਾਨੀ ਕਰੰਟ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਭੌਤਿਕ ਹਾਲਾਤਾਂ ਨਾ ਬਦਲਣ ਦੇ, ਭਾਵ ਕੋਈ ਫਿਜ਼ੀਕਲ ਚੇਂਜਸ ਜਿਹੜੇ ਉਹ ਨਾ ਹੋਣ ਟੈਂਪਰੇਚਰ ਪ੍ਰੈਸ਼ਰ ਦੇ, ਤਾਂ V ਜਿਹੜਾ ਹੈ ਉਹ ਸਿੱਧਾ ਅਨੁਪਾਤੀ ਹੈ I ਦੇ। ਇਹਨੂੰ ਆਪਾਂ ਕਹਿੰਦੇ ਹਾਂ ਡਾਇਰੈਕਟਲੀ ਪ੍ਰਪੋਰਸ਼ਨਲ ਹੈ I ਦੇ। ਤੇ ਡਾਇਰੈਕਟਲੀ ਪ੍ਰਪੋਰਸ਼ਨਲ ਦੇ ਨਿਸ਼ਾਨ ਨੂੰ ਹਟਾਉਣ ਲਈ ਆਪਾਂ ਇੱਕ ਸਥਿਰ ਅਨੁਪਾਤ ਲਾਉਂਦੇ ਹਾਂ, ਜਿਹਨੂੰ ਇੱਥੇ ਆਪਾਂ ਲਿਆ ਹੈ R। ਜਿਹੜਾ ਆਪਾਂ ਕੀ ਲਿਆ R, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਤੀਰੋਧ, ਜਾਂ ਇੰਗਲਿਸ਼ 'ਚ ਆਪਾਂ ਇਹਨੂੰ ਕਹਿੰਦੇ ਹਾਂ ਰੈਜ਼ਿਸਟੈਂਸ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਔਰ ਜੇ ਤੁਸੀਂ ਦੂਜੀ ਤਰ੍ਹਾਂ ਇਹਦਾ ਜਿਹੜਾ ਹੈ ਉਹ ਫਾਰਮੂਲਾ ਕੱਢੋ ਤੇ ਤੁਹਾਨੂੰ ਪਤਾ ਕਿ I ਨੀਚੇ ਆ ਗਿਆ ਤੇ R ਦੇ ਬਰਾਬਰ ਆ ਗਿਆ। ਯਾਨੀ ਸਿੰਪਲ ਜੀ ਗੱਲ ਹੈ ਕਿ ਓਹਮ ਨਿਯਮ ਕੀ ਹੈ ਕਿ ਕਿਸੇ ਚਾਲਕ ਦੇ ਯਾਨੀ ਕਿਸੇ ਕੰਡਕਟਰ ਦੇ ਸਿਰਿਆਂ 'ਚ ਜੋ ਪੋਟੈਂਸ਼ੀਅਲ ਅੰਤਰ ਹੈ ਉਹ ਜਿਹੜਾ ਹੈ ਅਤੇ ਉਸ ਵਿੱਚ ਜਿਹੜਾ ਬਿਜਲੀ ਧਾਰਾ ਲੰਘ ਰਹੀ ਹੈ ਉਹ ਇੱਕ ਦੂਜੇ ਦੇ ਸਿੱਧੇ ਅਨੁਪਾਤੀ ਹੈ। ਠੀਕ ਹੈ ਜੀ, ਇਹ ਲਿਖਣਾ ਬਹੁਤ ਜ਼ਰੂਰੀ ਹੋਏਗਾ 5 ਨੰਬਰ ਦੇ ਵਿੱਚ। ਹੁਣ ਅਗਲੀ ਗੱਲ ਕੀ ਆ ਗਈ ਕਿ ਪ੍ਰਯੋਗਸ਼ਾਲਾ ਵਿੱਚ ਇਸ ਦੀ ਪੁਸ਼ਟੀ ਕਿਵੇਂ ਕੀਤੀ ਜਾਂਦੀ ਹੈ। ਬੇਟਾ ਜੀ ਜਦੋਂ ਪ੍ਰਯੋਗਸ਼ਾਲਾ ਵਿੱਚ ਇਸ ਦੀ ਪੁਸ਼ਟੀ ਮੰਗੀ ਗਈ ਤਾਂ ਉਦੋਂ ਇਹ ਵਾਲਾ ਜਿਹੜਾ ਡਾਇਗ੍ਰਾਮ ਹੈ ਉਹ ਬਣਾਉਣਾ ਜ਼ਰੂਰੀ ਹੈ। ਸਭ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਸ ਸਰਕਟ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ। ਜਿਹੜਾ ਜੀ V ਹੈ ਉਹ ਅਟੈਚ ਕੀਤਾ ਅਸੀਂ, ਜਿਸ ਨੂੰ ਆਪਾਂ ਵੋਲਟ ਮੀਟਰ ਕਹਿੰਦੇ ਹਾਂ, ਜਿਹੜਾ ਕੀ ਮੈਜ਼ਰ ਕਰਦਾ ਹੈ ਜੀ ਵੋਲਟੇਜ। ਠੀਕ ਹੈ ਜੀ, ਇਹ ਹੈ ਜੀ ਐਮ ਮੀਟਰ। ਇਹ ਕੀ ਹੈ ਜੀ ਐਮ ਮੀਟਰ, ਜਿਹੜਾ ਕੀ ਮੈਜ਼ਰ ਕਰਦਾ ਹੈ ਜੀ ਕਰੰਟ। ਠੀਕ ਹੈ ਜੀ, ਔਰ R ਸਾਡਾ ਕੀ ਹੈ? ਠੀਕ ਹੈ ਜੀ, B ਸਾਡੀ ਬੈਟਰੀ ਹੈ, R ਸਾਡੀ ਰੈਜ਼ਿਸਟੈਂਸ ਹੈ, K ਸਾਡੀ ਕੀ ਹੈ। ਤੇ ਹੁਣ ਕੀ ਹੈ ਜੀ, ਅਸੀਂ ਪ੍ਰਤੀਰੋਧ R ਨੂੰ ਜੋੜਕ ਤਾਰਾਂ ਦੀ ਸਹਾਇਤਾ ਨਾਲ, ਆ ਦੇਖੋ ਜੀ ਪ੍ਰਤੀਰੋਧ R ਨੂੰ ਜਿਹੜਾ ਹੈ ਆਪਾਂ ਜੋੜਕ ਤਾਰਾਂ ਦੀ ਸਹਾਇਤਾ ਦੇ ਨਾਲ ਬੈਟਰੀ B ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਚਿੱਤਰ ਦੇ ਅਨੁਸਾਰ। ਆ ਦੇਖੋ ਜੀ R ਨੂੰ ਆਪਾਂ ਕਿਹਦੇ ਨਾਲ ਕਨੈਕਟ ਕਰਤਾ? ਬੈਟਰੀ B ਦੇ ਨਾਲ। ਅਤੇ ਵੱਖ-ਵੱਖ ਪੋਟੈਂਸ਼ੀਅਲ ਅੰਤਰ ਲਈ, ਯਾਨੀ ਕਿ ਅਗਰ ਆਪਾਂ V ਦੀ ਵੈਲਿਊ ਬਦਲਾਂਗੇ ਤੇ ਆਪਾਂ ਐਮ ਮੀਟਰ ਦੀ ਵੈਲਿਊ ਤੋਂ ਯਾਨੀ ਕਿ ਕਰੰਟ ਦੀ ਵੈਲਿਊ ਮੈਜ਼ਰ ਕਰ ਲਾਂਗੇ। ਅਸੀਂ ਦੇਖਿਆ ਹਰੇਕ ਵਾਰ ਇਹਨਾਂ ਦਾ ਅਨੁਪਾਤ
स्थिर आंदा है, इस तो ओहम नियम की पुष्टि की जाती है। बेटा जे इहदे नाल तुसी ये वाला जिहड़ा है तुसी अगर ग्राफ भी बना दो तो वो तुहाडे लई बहुत ही वधिया चीज़ होएगी। तुसी एक पासे की शो कर दो, एक पासे तुसी वी पोटेंशियल अंतर शो कर दो, एक पासे तुसी धारा बिजली धारा यानी कि तुसी करंट शो कर दो, ते जिहड़ा एक ग्राफ है बिल्कुल स्ट्रेट लाइन आएगा। ते इसनूं आपां की कहने आ कि वी आई ग्राफ भी कह दिंदे आ। की कह दिंदे आ जी? वी आई ग्राफ। तो अगर इन्नी चीज़ तुसी इस क्वेश्चन विच लिख दोगे ओहम नियम ते तां होपफुली है कि जिहड़ा तुहाडा एग्जामिनर है वो तुहानूं 5 दे विचों 5 नंबर दे देगा। ठीक है जी, वेरी इंपॉर्टेंट। और एक नंबर ਦੇ ਵਿੱਚ क्वेश्चन सी कि ਕਿਹੜਾ 3-4 ऑप्शंस ਦਿੱਤੀਆਂ ਹੋਈਆਂ ਸੀ ਔਰ ਪੁੱਛਿਆ ਗਿਆ ਸੀ ਕਿ ਇਸ ਵਿੱਚੋਂ ਓਹਮ ਦਾ ਨਿਯਮ ਕਿਹੜਾ ਹੈ। ਤਾਂ ਹੁਣ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਆਸਾਨੀ ਨਾਲ ਪਤਾ ਲੱਗ ਗਿਆ ਹੈ ਕਿ ਓਹਮ ਦਾ ਨਿਯਮ ਕਿਹਦੇ ਬਰਾਬਰ ਹੈ, V = IR ਦੇ, ਜਾਂ ਆਪਾਂ ਲਿਖ ਸਕਦੇ ਹਾਂ V/I ਕਿਹਦੇ ਬਰਾਬਰ ਹੈ, R ਦੇ। ठीक है, तो ये गल्लां बहुत इंपॉर्टेंट है। इस क्वेश्चन दे नाल तुहाडा काफ़ी कुछ जिहड़ा है वो कवर हो जाता है। तो आपां हुण जे अगली गल करिए तो अगली है, हुण तुहानूं पता लग गया होना कि प्रतिरोध नूं आपां R दे नाल रिप्रजेंट करदे हां। जिहड़ी अगला क्वेश्चन है 85वां क्वेश्चन है वो ये है कि किसी चालक दा प्रतिरोध किहड़े कारकां ते निर्भर करता है। वेरी इंपॉर्टेंट कि किहड़े कारकां दे उत्ते R दी जिहड़ी कीमत है वो जिहड़ी है डिपेंड करदी है। और ये क्वेश्चन जिहड़ा है 3 ते 2 दी जिहड़ी वाइफरकेशन है वो कीती गई है ताकि जिहड़ा है 5 नंबर नूं पूरा किया जा सके। बेटा जी देखो, आर प्रतिरोध किहड़े कारकां ते निर्भर करता है जी। आर दी जे मैं गल करां ते रजिस्टेंस नूं आपां इदां भी लिखदे हां जी, ρL/A। जे मैं रो की गल करा तो ये की है जी, ये बेसिकली जिहड़ी रजिस्टिविटी है जिन्हों आपां कह दिंदे हां। ठीक है जी, ये की है, रो है जो एक स्थिर अनुपाती अंक है और जिसनों चालक दे पदार्थ की आपां बिजलई प्रतिरोधकता कह दिंदे हां। की कह दिंदे हां जी? बिजलई प्रतिरोधकता। ठीक है जी, और ये है L/A। एल की है? एल जी लेंथ है, लेंथ है ना, लेंथ यानी कि किसी भी चीज़ की जिहड़ी लंबाई किसी भी चालक की। तो ए दी गल करा तो ए की है? खेत्रफल। तो तीजी गल जिहड़ी है कि पदार्थ की प्रकृति यानी पदार्थ किस चीज़ का बनिया होया है। ठीक है जी, तो ये बहुत चीज़ इंपॉर्टेंट है। इसलिए इनू आपां की कहने आ कि आपां ये कहने आ कि आ जिहड़ा चालक का प्रतिरोध है यानी रजिस्टेंस है वो डिपेंड करता है हेठ लिखे कारकां ते। पहली है चालक की लंबाई ते, वेरी इंपॉर्टेंट आ, मैं तुहानूं कहता L। जे तुसीं आ रिलेशन नाल मेजर कर दोगे तो इट्स गुड फॉर यू कि एग्जामिनर ते अच्छा इफेक्ट पएगा कि बच्चे नूं पता है कि R बराबर है ρL/A। चालक का परिखेत्र दे काट यानी खेत्रफल के बराबर, चालक की पदार्थ की प्रकृति के बराबर। अगला क्वेश्चन जिहड़ी वाइफरकेशन हुई हुई है वो 3 ते 2 दी हुई हुई है क्योंकि क्वेश्चन की है टोटल 5 नंबर का। बिजली धारा की SI इकाई की परिभाषा लिखो जी। बिजली धारा की असी SI इकाई की परिभाषा लिखनी है जी। तो सब तो पहले तुहानूं इत्थे उन्हें मैंशन नहीं किया इकाई की है। बिजली धारा की जिहड़ी SI इकाई है वो अंपेयर है। की है जी? अंपेयर है। ठीक है जी, हुण इत्थे तुहानूं मैं 2 गल्लां होर क्लीयर करना चाहनी हाँ कि जिहड़ी बिजली धारा की जिहड़ी SI इकाई अंपेयर है, जिहड़ी वोल्ट तुहाडी पोटेंशियल डिफरेंस की इकाई की है, वोल्टेज की की है, वोल्ट है। ठीक है जी, आर दी जिहड़ा तुहाडा है ओहदी इकाई की है जी, ओहदी इकाई तुहाडी है ओहम। ठीक है जी, यानी तुहाडी रजिस्टेंस की इकाई प्रतिरोध की इकाई जिहड़ी है वो ओहम है। ठीक है जी, हुण आपां डिफाइन करना है SI इकाई अंपेयर बिजली धारा की। बेटा जे मैं तुहानूं दस्सां, करंट इज़ बेसिकली I = QT। Q हुंदा है चार्ज ते T हुंदा है टाइम। ठीक है जी, जे चालक विचों प्रति सैकेंड 1 कूलम चार्ज प्रवाहित होए यानी I की 1 कूलम चार्ज ते किन्ने टाइम लई
1 ਸੈਕਿੰਡ ਲਈ, ਠੀਕ ਹੈ ਜੀ। 1 ਕੂਲਮ ਚਾਰਜ ਕਿਤੇ 1 ਸੈਕਿੰਡ ਲਈ ਜੇ ਪ੍ਰਵਾਹਿਤ ਹੋਵੇ ਤੇ ਆਪਾਂ ਕੀ ਕਹਿੰਦੇ ਆ ਕਿ 1 ਅੰਪੇਅਰ ਕਰੰਟ ਜਿਹੜਾ ਹੈ ਉਹ ਕੰਡਕਟਰ ਯਾਨੀ 1 ਅੰਪੇਅਰ ਕੰਡਕਟ ਜਿਹੜਾ ਹੈ ਚਾਲਕ ਚੋਂ ਪਾਸ ਹੋ ਰਿਹਾ ਹੈ। ਜੇ ਚਾਲਕ ਵਿੱਚੋਂ ਪ੍ਰਤੀ ਸੈਕਿੰਡ 1 ਕੂਲਮ ਚਾਰਜ ਪ੍ਰਵਾਹਿਤ ਹੋਵੇ ਤਾਂ ਬਿਜਲੀ ਧਾਰਾ ਦੀ ਮਾਤਰਾ 1 ਅੰਪੇਅਰ ਹੁੰਦੀ ਹੈ। ਬੇਟਾ ਜੀ ਇੱਦਾਂ ਹੀ ਤੁਸੀਂ ਅੰਪੇਅਰ ਦੇ ਨਾਲ ਨਾਲ ਇੱਕ ਤੁਸੀਂ ਵੋਲਟ ਦੀ ਪਰਿਭਾਸ਼ਾ ਤਿਆਰ ਕਰਨੀ ਹੈ, ਇੱਕ ਤੁਸੀਂ ਓਹਮ ਦੀ ਪਰਿਭਾਸ਼ਾ ਤਿਆਰ ਕਰਨੀ ਹੈ, ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 86th ਕੁਐਸਚਨ ਦੀ ਗੱਲ ਮੈਂ ਕਰਾਂਗੀ, ਪਰ ਮੈਂ ਇਹ ਜ਼ਿਆਦਾ ਡਿਟੇਲ 'ਚ ਇਸ ਲਈ ਨਹੀਂ ਕਰਾਂਗੀ ਕਿਉਂਕਿ ਬੇਸਿਕਲੀ ਜਿਹੜਾ ਮੇਰਾ ਐਮਫਸਿਸ ਹੈ ਉਹ ਨੂਮੈਰੀਕਲ ਤੇ ਹੋਏਗਾ। ਇਸ ਚੈਪਟਰ ਦਾ ਜਿਹੜਾ 5 ਨੰਬਰ ਦਾ ਕੁਐਸਚਨ ਆਉਂਦਾ ਹੈ ਉਹ ਆਉਂਦਾ ਹੈ ਕਿ ਤੁਹਾਨੂੰ ਪ੍ਰਤੀਰੋਧ ਦਿੱਤੇ ਨੇ R1 R2, ਉਹਨਾਂ ਨੂੰ ਤੁਸੀਂ ਲੜੀ ਵਿੱਚ ਜੋੜਨਾ ਹੈ ਜਾਂ ਜਿਹੜਾ ਅਗਲਾ ਕੁਐਸਚਨ ਹੈ ਉਹਨਾਂ ਨੂੰ ਤੁਸੀਂ ਸਮਾਂਤਰ ਵਿੱਚ ਜੋੜਨਾ ਹੈ। ਆ ਦੇਖੋ ਜੀ, ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤੇ ਆ ਦੇਖੋ, ਬਿਜਲੀ ਸਰਕਟ ਵਿੱਚ ਜਦੋਂ 2 ਜਾਂ 2 ਵੱਧ ਪ੍ਰਤੀਰੋਧਾਂ ਨੂੰ ਅਸੀਂ ਸਮਾਂਤਰ ਕ੍ਰਮ ਵਿੱਚ ਜੋੜਦੇ ਹਾਂ ਤਾਂ ਉਦੋਂ ਅਸੀਂ ਪ੍ਰਮਾਣੀ ਜਿਹੜਾ ਹੈ ਜਿਹੜਾ ਪ੍ਰਮਾਣੀ ਪ੍ਰਤੀਰੋਧ ਹੈ ਉਹਨੂੰ ਪ੍ਰਾਪਤ ਕਰਨ ਲਈ ਸੂਤਰ ਬਣਾਉਣਾ ਹੈ। ਬੇਟਾ ਜੀ 2 ਸੂਤਰ ਤੁਸੀਂ ਯਾਦ ਕਰਨੇ ਇਸ ਚੈਪਟਰ 'ਚ। ਇੱਕ ਯਾਦ ਕਰਨਾ ਹੈ ਜੀ R ਬਰਾਬਰ R ਜਮਾ R ਬਰਾਬਰ R ਜਮਾ R1 ਜਮਾ R2 ਜਮਾ R3, ਯਾਨੀ ਜਦੋਂ ਪ੍ਰਤੀਰੋਧ ਸੀਰੀਜ਼ 'ਚ ਯਾਨੀ ਲੜੀਬੱਧ ਅਟੈਚ ਹੋਣਗੇ ਤਾਂ ਫਿਰ ਕੀ ਹੋਏਗਾ, ਟੋਟਲ ਰੈਜ਼ਿਸਟੈਂਸ ਨੂੰ ਅਸੀਂ ਕਿੱਦਾਂ ਮੇਜ਼ਰ ਕਰਾਂਗੇ, ਤਿੰਨੋਂ ਰੈਜ਼ਿਸਟੈਂਸ ਨੂੰ ਪਲੱਸ ਕਰਕੇ, ਠੀਕ ਹੈ ਜੀ। ਪਰ ਕੰਡੀਸ਼ਨ ਇੱਕ ਹੀ ਹੈ, ਕੰਡੀਸ਼ਨ ਇੱਕ ਇਹ ਹੈ ਕਿ ਜਿਹੜੇ ਤੁਹਾਡੇ ਪ੍ਰਤੀਰੋਧ ਹੈ ਉਹ ਕਿੱਦਾਂ ਜੁੜੇ ਹੋਣ, ਉਹ ਲੜੀ ਵਿੱਚ ਜੁੜੇ ਹੋਣ, ਠੀਕ ਹੈ ਡੀਅਰ ਸਟੂਡੈਂਟਸ। ਜੇ ਇੱਥੇ ਵਰਡ ਲੜੀ ਦੀ ਜਗ੍ਹਾ ਸਮਾਂਤਰ ਕ੍ਰਮ ਆ ਗਿਆ, ਜੇ ਇੱਥੇ ਵਰਡ ਲੜੀ ਦੀ ਜਗ੍ਹਾ ਸਮਾਂਤਰ ਕ੍ਰਮ ਆ ਗਿਆ ਤਾਂ ਫਿਰ ਇਹ ਸੂਤਰ ਬਦਲ ਜਾਏਗਾ। ਇਹ ਸੂਤਰ ਹੋ ਜਾਏਗਾ ਜੀ 1/R ਬਰਾਬਰ 1/R ਜਮਾ 1/R2 ਜਮਾ 1/R3, ਠੀਕ ਹੈ ਜੀ। ਇਹਦੀ ਬਹੁਤ ਹੀ ਲਾਈਵ ਐਗਜ਼ਾਮਪਲ ਮੈਂ ਤੁਹਾਨੂੰ ਆ ਨੂਮੈਰੀਕਲ ਕਰਾ ਕੇ ਦੇਵਾਂਗੀ, ਜਿਹਦੀ ਪੂਰੀ ਉਮੀਦ ਹੁੰਦੀ ਹੈ 5 ਨੰਬਰ ਦੇ ਵਿੱਚ ਆਉਣ ਦੀ। ਔਰ ਇੱਕ ਗੱਲ ਇਸ ਨੂਮੈਰੀਕਲ 'ਚ ਤੁਹਾਨੂੰ ਹੋਰ ਕਲੀਅਰ ਹੋਏਗੀ ਬੇਟਾ ਜੀ, ਉਹ ਇਹ ਹੋਏਗੀ, ਦੇਖੋ ਉਹਨੇ ਕਿਹਾ 4 ਓਹਮ, ਠੀਕ ਹੈ, ਕੀ ਕਿਹਾ ਜੀ ਉਹਨੇ, 4 ਓਹਮ 8 ਓਹਮ 16 ਓਹਮ ਅਤੇ 32 ਓਹਮ ਦੇ ਪ੍ਰਤੀਰੋਧ ਨੂੰ ਅਸੀਂ ਅਧਿਕਤਮ ਅਤੇ ਨਿਊਨਤਮ ਪ੍ਰਤੀਰੋਧ ਕਿਵੇਂ ਪਤਾ ਕਰੀਏ। ਬੇਟਾ ਜੀ ਇੱਕ ਗੱਲ ਤੁਹਾਨੂੰ ਇੱਥੇ ਯਾਦ ਕਰਨੀ ਪਏਗੀ ਕਿ ਜਦੋਂ ਵੀ ਆਪਾਂ ਅਧਿਕਤਮ ਪ੍ਰਤੀਰੋਧ ਪਾਣਾ ਹੈ ਉਦੋਂ ਅਸੀਂ ਪ੍ਰਤੀਰੋਧਾਂ ਨੂੰ ਲੜੀਬੱਧ ਜੋੜਨਾ ਹੈ। ਲੜੀਬੱਧ ਯਾਨੀ ਕਿ ਅਸੀਂ ਉਹਨਾਂ ਦਾ ਜਿਹੜਾ ਫਾਰਮੂਲਾ ਲਗਾਉਣਾ ਹੈ ਉਹ ਇਹ ਲਾਣਾ ਹੈ ਕਿ R ਬਰਾਬਰ R1 R2 ਪਲੱਸ R3 ਪਲੱਸ R4 ਜਿੰਨੇ ਵੀ ਪ੍ਰਤੀਰੋਧ ਸਾਨੂੰ ਦਿੱਤੇ ਹਨ। ਤੇ ਜਦੋਂ ਤੁਸੀਂ ਨਿਊਨਤਮ ਪ੍ਰਤੀਰੋਧ ਪਾਣਾ ਹੈ ਤਾਂ ਨਿਊਨਤਮ ਪ੍ਰਤੀਰੋਧ ਲਈ ਤੁਸੀਂ ਉਹਨਾਂ ਨੂੰ ਸਮਾਂਤਰ ਜੋੜਨਾ ਹੈ, ਯਾਨੀ ਤੁਸੀਂ ਆਹ ਵਾਲਾ ਫਾਰਮੂਲਾ ਯੂਜ਼ ਕਰਨਾ ਹੈ, ਠੀਕ ਹੈ ਜੀ, ਜਿੰਨੇ ਵੀ ਪ੍ਰਤੀਰੋਧ ਦਿੱਤੇ ਹਨ। ਹੁਣ ਬੇਟਾ ਇਹਨਾਂ ਨੂੰ ਸੌਰਟ ਆਊਟ ਕਰਨ ਲਈ ਸਾਨੂੰ ਕੀ ਦਿੱਤਾ ਹੈ ਜੀ, ਸਭ ਤੋਂ ਪਹਿਲੇ ਅਸੀਂ ਅਧਿਕਤਮ ਪ੍ਰਤੀਰੋਧ ਲਈ ਜਿਹੜੇ ਪ੍ਰਤੀਰੋਧਾਂ ਨੂੰ ਲੜੀਬੱਧ ਜੋੜਾਂਗੇ, ਉਹਦੇ ਲਈ ਅਸੀਂ R ਕਿਹਦੇ ਬਰਾਬਰ ਲਿਖਾਂਗੇ, R1 ਜਮਾ R2 ਜਮਾ R3 ਜਮਾ R4, ਯਾਨੀ ਇੱਕ R ਸਾਨੂੰ ਦਿੱਤਾ ਹੈ 4, ਇੱਕ ਦਿੱਤਾ 8, ਇੱਕ ਦਿੱਤਾ 16, ਇੱਕ 32 ਔਰ ਜਮਾ ਤੁਹਾਨੂੰ ਸਾਰਿਆਂ ਨੂੰ ਕਰਨਾ ਆਉਂਦਾ ਹੈ, ਤੁਸੀਂ ਇਹਨੂੰ ਪਲੱਸ ਕਰ ਦੇਣਾ। ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਤੁਸੀਂ ਇਹਨਾਂ ਨੂੰ ਕੀ ਕਰ ਦੇਣਾ, ਪਲੱਸ ਕਰ ਦੇਣਾ, ਠੀਕ ਹੈ ਜੀ। ਬੇਟਾ ਜੀ ਹੁਣ ਸਾਡੀ ਇਹੀ ਕੋਸ਼ਿਸ਼ ਹੈ ਕਿ ਬਸ ਤੁਹਾਨੂੰ ਜਿਹੜਾ ਮਿਸ਼ਨ 100% ਹੈ ਯਾਨੀ 100% ਰਿਜ਼ਲਟ ਦਾ ਹੈ ਉਹਦੇ ਵੱਲ ਜਿਹੜੀ ਹੈ ਐਮਫਸਿਸ ਦਈਏ, ਠੀਕ ਹੈ ਜੀ। ਇਸ ਲਈ ਅਸੀਂ ਕੁਐਸਚਨਸ ਤੇ ਜ਼ਿਆਦਾ ਐਮਫਸਿਸ ਦੇਣਾ। ਨਿਊਨਤਮ ਪ੍ਰਤੀਰੋਧ ਦੀ ਗੱਲ ਕਰਾਂਗੀ, ਪ੍ਰਤੀਰੋਧਾਂ ਨੂੰ ਸਮਾਂਤਰ ਜੋੜਨਾ, ਉਦੋਂ ਤੁਸੀਂ ਆਹ ਫਾਰਮੂਲਾ ਲਾਣਾ ਹੈ। ਦੇਖੋ ਜੀ ਕੀ ਆ ਗਿਆ ਜੀ, 1/R ਕਿਹਦੇ ਬਰਾਬਰ 1/4 ਜਮਾ 1/8 ਜਮਾ 1/16 ਜਮਾ 1/32। ਔਰ ਤੁਹਾਨੂੰ ਮੈਂ ਇੱਥੇ ਇੱਕ ਗੱਲ ਦੱਸੀ ਹੈ ਕਿ ਐਲਸੀਐਮ ਲਿਆ
ਔਰ ਇਹ ਆਨਸਰ ਆ ਗਿਆ ਜੀ 15/32। ਤੁਹਾਡੇ ਚੋਂ ਮੈਕਸਿਮਮ ਬੱਚੇ ਪਤਾ ਕੀ ਕਰਦੇ ਆ, ਇੱਥੇ ਹੀ ਆਨਸਰ ਨੂੰ ਛੱਡ ਦਿੰਦੇ ਨੇ। ਪਰ ਬੇਟਾ ਜੀ ਬਿਲਕੁਲ ਇੱਥੇ ਆਨਸਰ ਨੂੰ ਅਸੀਂ ਨਹੀਂ ਛੱਡਣਾ। ਇੱਥੇ ਆਨਸਰ ਨੂੰ ਆਪਾਂ ਕਿਉਂ ਨਹੀਂ ਛੱਡਣਾ? ਇੱਥੇ ਆਪਾਂ ਆਨਸਰ ਨੂੰ ਕਿਉਂ ਨਹੀਂ ਛੱਡਣਾ? ਕਿਉਂਕਿ ਆਨਸਰ ਆਪਾਂ 1/r ਦਾ ਕੱਢਿਆ ਹੈ। 1/r ਹੈ 15/32 ਓਹਮ, ਯਾਨੀ r ਦੀ ਕੀਮਤ ਕੀ ਆ ਗਈ? 32/15 ਓਹਮ। यानी ਇਹ ਸਾਡੀ ਕੀ ਆ ਗਈ? ਇਹ ਪ੍ਰਤੀਰੋਧ ਸਾਡਾ ਆ ਗਿਆ ਨਿਊਨਤਮ ਤੇ ਇਹ ਪ੍ਰਤੀਰੋਧ ਸਾਡਾ ਕੀ ਆ ਗਿਆ? ਅਧਿਕਤਮ। ਇੱਕ ਗੱਲ ਮੈਂ ਤੁਹਾਨੂੰ ਇੱਥੇ ਕਲੀਅਰ ਕਰਦਾ ਕਿ ਇਸ ਚੈਪਟਰ ਦੇ ਜਿਹੜੇ ਕੁਐਸਚਨਸ ਹੈ 5 ਨੰਬਰ ਦੇ, ਉਹ ਜਾਂ ਤੇ ਨੂਮੈਰੀਕਲ ਜਾਂ ਓਹਮ ਨਿਯਮ ਜਾਂ ਇਹਨਾਂ ਨੂੰ ਡਰਾਈਵ ਕਰਨਾ ਆ ਸਕਦਾ ਹੈ। ਸੋ ਪਲੀਜ਼ ਬੇਟਾ ਜੀ ਇਹਨਾਂ ਤੇ ਜ਼ਿਆਦਾ ਐਮਫਸਿਸ ਦਿਓ। ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹੁੰਦੀ ਸੀ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਪ੍ਰਤੀਰੋਧ ਹੈ ਉਹਦੇ ਯੂਨਿਟ ਓਹਮ ਹੈ, ਜਿਹੜਾ ਕਰੰਟ ਹੈ ਉਹਦੇ ਯੂਨਿਟ ਅੰਪੇਅਰ ਹੈ। ਠੀਕ ਹੈ ਜੀ। ਇੱਕ ਯੂਨਿਟ ਮੈਂ ਤੁਹਾਨੂੰ ਹੋਰ ਐਕਸਪਲੇਨ ਕਰਨਾ ਚਾਹੁੰਦੀ ਹਾਂ ਪਾਵਰ ਦੇ ਯੂਨਿਟ ਵਾਟ ਹਨ। ਪਾਵਰ ਦੇ ਯੂਨਿਟ ਕੀ ਹਨ? ਵਾਟ। ਇੱਕ ਕੁਐਸਚਨ ਤੁਹਾਨੂੰ ਤੁਹਾਡੇ ਮੈਨੂੰ ਲੱਗਦਾ ਹੈ ਕਿ ਪੇਪਰ 'ਚ ਵੀ ਆਇਆ ਸੀ ਕਿ ਜਿਹੜਾ ਪਾਵਰ ਹੈ ਉਹਦਾ ਸਹੀ ਜਿਹੜਾ ਹੈ ਸੂਤਰ ਲਿਖੋ, ਤਾਂ ਇੱਕ ਤਾਂ ਪਾਵਰ ਸਾਡਾ ਜੀ VI ਦੇ ਬਰਾਬਰ ਹੁੰਦਾ ਹੈ। ਠੀਕ ਹੈ ਜੀ। V ਦੀ ਜੇ ਮੈਂ ਕੀਮਤ ਭਰਦਾ IR ਤੇ ਪਾਵਰ ਸਾਡਾ ਕਿਹਦੇ ਬਰਾਬਰ ਹੁੰਦਾ ਹੈ ਜੀ? I²/R ਜਾਂ ਫਿਰ V²/R। ਇਹਦਾ ਮਤਲਬ ਉਹ ਕੁਐਸਚਨ ਜਿਹੜਾ ਹੈ ਤੁਹਾਡਾ ਈਜ਼ੀਲੀ ਸੌਰਟ ਆਊਟ ਹੋ ਗਿਆ ਕਿ ਕਿਹੜਾ ਇਹਨਾਂ ਚੋਂ ਪਾਵਰ ਦਾ ਸਹੀ ਸੂਤਰ ਨਹੀਂ ਹੈ, ਕਿਹੜਾ ਪਾਵਰ ਦਾ ਸਹੀ ਸੂਤਰ ਨਹੀਂ ਹੈ। ਤਾਂ ਸੋ ਡੀਅਰ ਸਟੂਡੈਂਟਸ, ਤੇ ਇਸ ਲਈ ਆਪਾਂ ਕੀ ਕਰਨਾ ਹੈ ਕਿ ਉੱਥੇ ਆਪਾਂ ਉਸ ਉੱਤਰ ਨੂੰ ਜੋ ਇਹਨਾਂ ਤਿੰਨਾਂ ਤੋਂ ਇਲਾਵਾ ਨਹੀਂ ਸੀ ਉਹਨੂੰ ਆਪਾਂ ਕੀ ਕਰ ਦੇਣਾ ਸੀ? ਉਹਨੂੰ ਆਪਾਂ ਕ੍ਰੋਸ ਕਰ ਦੇਣਾ ਸੀ। ਔਰ ਮੈਨੂੰ ਲੱਗਦਾ ਹੈ ਕਿ ਉਹ ਉੱਤਰ ਤੁਸੀਂ ਸਹੀ ਕੀਤਾ ਹੋਏਗਾ, ਕਿਉਂਕਿ ਉੱਥੇ ਆਪਸ਼ਨਸ ਇਹ ਤਿੰਨਾਂ ਦੇ ਨਾਲ ਜਿਹੜੀ ਚੌਥੀ ਆਪਸ਼ਨ ਹੈ ਉਹ ਵੀ ਦਿੱਤੀ ਹੋਈ ਸੀ। ਹੋਰ ਕੁਐਸਚਨ ਇਸ ਚੈਪਟਰ ਚੋਂ ਆਉਣ ਦੀ ਉਮੀਦ ਹੈ ਕਿ ਬਿਜਲੀ ਪ੍ਰਤੀਰੋਧ ਦਾ SI ਮਾਤਰਕ ਕੀ ਹੈ? ਓਹਮ, ਅੰਪੇਅਰ, ਜੂਲ ਕੇ ਵੋਲਟ। ਤੇ ਤੁਹਾਨੂੰ ਇਹ ਪਤਾ ਲੱਗ ਗਿਆ ਹੈ ਕਿ ਜੀ ਬਿਜਲੀ ਪ੍ਰਤੀਰੋਧ ਦਾ SI ਮਾਤਰਕ ਅੰਪੇਅਰ ਹੈ। ਠੀਕ ਹੈ ਡੀਅਰ ਸਟੂਡੈਂਟਸ, ਕਾਫੀ ਇਦਾਂ ਦੇ ਕੁਐਸਚਨਸ ਜਿਹੜੇ ਇਸ ਚੈਪਟਰ 'ਚੋਂ ਹੈ। ਹਾਂਜੀ, ਉੱਥੇ ਜਿਹੜੀ ਚੌਥੀ ਆਪਸ਼ਨ ਸੀ ਉਹ ਸੀ VI। ਠੀਕ ਹੈ ਜੀ। ਉੱਥੇ ਜਿਹੜੀ ਚੌਥੀ ਆਪਸ਼ਨ ਸੀ, ਪਹਿਲੀ ਆਪਸ਼ਨ ਸੀ ਤੁਹਾਡੀ I²R। ਠੀਕ ਹੈ ਜੀ। ਦੂਜੀ ਆਪਸ਼ਨ ਤੁਹਾਡੀ ਸੀ VI, V²R, IR²। ਤੇ ਓਬਵੀਅਸ ਹੈ ਜਿਹੜਾ ਤੁਹਾਡਾ ਉੱਤਰ ਜਿਹੜਾ ਹੈ ਉਹ ਕੀ ਸੀ? ਉਹ ਕਿਹੜਾ ਸੀ? I²R ਵੀ ਤੁਹਾਡਾ ਕਿਹੜਾ ਉੱਤਰ ਗਲਤ ਹੋਣਾ ਸੀ? IR²। ਠੀਕ ਹੈ ਜੀ। ਇਹ ਉੱਤਰ ਤੁਹਾਡਾ ਗਲਤ ਹੋਣਾ ਸੀ। ਠੀਕ ਹੈ। ਇਹ ਵੀ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ। ਔਰ ਤਕਰੀਬਨ ਜਿਹੜੇ 1 ਨੰਬਰ ਦੇ ਕੁਐਸਚਨ ਹੈ ਇਸ ਚੈਪਟਰ 'ਚੋਂ ਦੇ ਆਰ ਵੈਰੀ ਈਜ਼ੀ। ਮੇਨਲੀ ਤੁਸੀਂ ਜਿਹੜੀ ਐਮਫਸਿਸ ਦਿਓ 5 ਨੰਬਰ ਦੇ ਕੁਐਸਚਨਸ ਦਿਓ, ਔਰ 5 ਨੰਬਰ ਦੇ ਨਾਲ 3 ਦਿਓ ਤੇ ਤਾਂ ਦਿਓ ਕਿ ਜੇ ਕਿਤੇ ਵਾਈਫਰਕੇਸ਼ਨ ਆ ਗਈ ਉੱਥੇ ਤੁਹਾਨੂੰ ਪ੍ਰੋਬਲਮ ਨਾ ਆਏ। ਠੀਕ ਹੈ ਨਾ, ਜਿੱਦਾਂ ਕਿ ਆਹ ਕੁਐਸਚਨ ਹੈ 3 ਤੇ 2 ਨੰਬਰ ਦਾ। ਸੋ ਡੀਅਰ ਸਟੂਡੈਂਟਸ, ਆ ਜਿਹੜੇ ਮੇਨ ਕੁਐਸਚਨ ਹੈ ਤੁਸੀਂ ਇਸ ਚੈਪਟਰ ਦੇ ਕਰੋ। ਸੁਪਰ 100 ਸੀਰੀਜ਼ ਕੁਐਸਚਨਸ ਆਪਾਂ ਚੱਲਾਂਗੇ ਤੁਹਾਡੇ ਨਾਲ, ਹੌਲੀ ਹੌਲੀ ਆਪਾਂ ਤੁਹਾਨੂੰ ਸਾਰੀ ਤਿਆਰੀ ਕਰਾਵਾਂਗੇ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।